ਸਤਿ ਸ਼੍ਰੀ ਅਕਾਲ ਜੀ। ਮੈਂ ਲਵਪ੍ਰੀਤ ਕੌਰ ਹਾਜ਼ਰਾਂ ਜੀ ਬੇਅੰਤ ਫਰੀਵਾਲਾ ਜੀ ਦੁਆਰਾ ਲਿਖੀ ਗਈ ਕਹਾਣੀ ਦਾ ਅੰਤਿਮ ਭਾਗ ਲੈ ਕੇ। ਕਹਾਣੀ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਵੀਡੀਓ ਨੂੰ ਲਾਈਕ ਕਰ ਦਿਓ ਤੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਓ ਤੇ ਕਮੈਂਟ ਕਰਕੇ ਜ਼ਰੂਰ ਦੱਸਿਓ ਕਿ ਤੁਹਾਨੂੰ ਕਹਾਣੀ ਕਿੱਦਾਂ ਦੀ ਲੱਗੀ। ਆਓ ਹੁਣ ਆਪਾਂ ਸ਼ੁਰੂ ਕਰਦੇ ਹਾਂ ਆਪਣੀ ਅੱਜ ਦੀ ਕਹਾਣੀ। ਇੱਕ ਦਿਨ ਉਹ ਐਸਾ ਸੁੱਤੀ ਕਿ ਫਿਰ ਕਦੇ ਉੱਠੀ ਹੀ ਨਹੀਂ। ਗੱਲ ਇੰਜ ਹੋਈ, ਰੂੰਗਾ ਪਰੇ ਬੱਕਰੀਆਂ ਚਾ ਰਿਹਾ ਸੀ ਤੇ ਚੰਦੋ ਕਿੱਕਰ ਦੀ ਛਾਂ ਹੇਠ ਸੁੱਤੀ ਪਈ ਸੀ। ਥੱਲੇ ਸੀ ਸੱਪ ਦੀ ਖੁੱਡ। ਜਦੋਂ ਸੱਪ ਨੂੰ ਖੁੱਡ 'ਚ ਜਾਣ ਦਾ ਕੋਈ ਰਾਹ ਨਾ ਮਿਲਿਆ ਤਾਂ ਸੱਪ ਉਹਦੀ ਲੱਤ 'ਤੇ ਡੰਗ ਮਾਰ ਗਿਆ। ਸ਼ਾਇਦ ਉਹ ਚੀਕੀ ਵੀ ਹੋਵੇ, ਪਰ ਬੱਕਰੀਆਂ ਦੇ ਗਲਾਂ 'ਚ ਪਾਈਆਂ ਟੱਲੀਆਂ ਦੇ ਖੜਕੇ ਨੇ ਰੂੰਗੇ ਤੱਕ ਕੋਈ ਆਵਾਜ਼ ਨਾ ਪਹੁੰਚਣ ਦਿੱਤੀ। ਚੰਦੋ ਥਾਂ 'ਤੇ ਹੀ ਢੇਰੀ ਹੋ ਗਈ। ਰੂੰਗਾ ਜਦ ਪਾਣੀ ਪੀਣ ਲਈ ਕਿੱਕਰ ਦੀ ਛਾਵੇਂ ਆਇਆ, ਉਹਨੇ ਚੰਦੋ ਨੂੰ ਉਠਾਇਆ। ਗੁੱਡੀ, ਨੀ ਗੁੱਡੀ, ਦੇਖ ਆਥਣ ਹੋਣ ਵਾਲਾ। ਉਹ ਗੁੱਡੀ, ਪਤਾ ਨਹੀਂ ਤੈਨੂੰ ਕਿੱਥੋਂ ਇੰਨੀਆਂ ਨੀਂਦਾਂ ਚੜ੍ਹੀਆਂ। ਕੱਲ੍ਹ ਤੋਂ ਤੂੰ ਘਰੇ ਹੀ ਰਿਹਾ ਕਰ। ਉੱਠ ਗੁੱਡੀ, ਦੇਖ ਆਥਣ ਹੋਣ ਵਾਲਾ। ਪਰ ਆਥਣ ਕਿਹੜੀ ਮਾਂ ਦਾ, ਗੁੱਡੀ ਤਾਂ ਰਾਤ ਕਰ ਗਈ ਸੀ ਰੂੰਗੇ ਦੀ ਜ਼ਿੰਦਗੀ 'ਚ। ਬਈ ਮੈਂ ਵੀ ਬੀਬੀ ਕੋਲ ਜਾਣਾ ਕਹਿੰਦੀ ਰਹਿੰਦੀ ਸੀ ਤੇ ਅੱਜ ਸੱਚੀਓ ਹੀ ਬੀਬੀ ਕੋਲ ਚਲੀ ਗਈ ਸੀ। ਰੂੰਗੇ ਨੇ ਚੀਕ ਮਾਰੀ, ਗੁੱਡੀ, ਤੇ ਮਰੀ ਪਈ ਚੰਦੋ ਨੂੰ ਗਲ ਨਾਲ ਲਾ ਲਿਆ। ਸਾਡੇ ਰਿਵਾਜ ਆ 5 ਸਾਲ ਤੋਂ ਘੱਟ ਉਮਰ ਦੇ ਬੱਚੇ ਦਾ ਸੰਸਕਾਰ ਨਹੀਂ ਕੀਤਾ ਜਾਂਦਾ, ਉਹਨੂੰ ਦੱਬਿਆ ਜਾਂਦਾ। ਇਹ ਰੀਤ ਸਾਡੇ ਅੱਜ ਵੀ ਬਰਕਰਾਰ ਆ। ਉਸ ਮੁੱਲ ਦੀ ਤੀਵੀਂ ਮੀਰਾ ਦੀ ਧੀ ਨੂੰ ਵੀ ਪਿੰਡ ਦੇ ਬਾਹਰ ਟੋਆ ਪੱਟ ਕੇ ਦਫਨਾ ਦਿੱਤਾ ਗਿਆ। ਉਹਦੇ ਪੈਰਾਂ 'ਚ ਉਹ ਜੁੱਤੀ ਸੀ ਜੋ ਰੂੰਗਾ ਕੁਝ ਦਿਨ ਪਹਿਲਾਂ ਮਾਘੀ ਦੇ ਮੇਲੇ ਤੋਂ ਲੈ ਕੇ ਆਇਆ ਸੀ। ਬੇਸ਼ੱਕ ਜਦੋਂ ਉਹਨੂੰ ਦੱਬਿਆ ਸੀ ਇਹ ਥਾਂ ਪਿੰਡ ਤੋਂ ਕਾਫੀ ਬਾਹਰ ਸੀ, ਪਰ ਸਾਡੇ ਦੇਖਣ ਤੱਕ ਪਿੰਡ ਦੇ ਵਧਣ ਕਰਕੇ ਇਹ ਥਾਂ ਪਿੰਡ ਦੀ ਫਿਰਨੀ ਨਾਲ ਲੱਗ ਗਿਆ। ਮੈਨੂੰ ਥੋੜ੍ਹਾ ਯਾਦ ਉੱਥੇ ਪਿੰਡ ਦੀਆਂ ਰੂੜੀਆਂ ਹੁੰਦੀਆਂ ਸੀ। ਜਦ ਮਾਂ ਨੇ ਗੋਹਾ ਸਿੱਟਣ ਜਾਣਾ ਮੈਂ ਵੀ ਨਾਲ ਹੀ ਚਲੇ ਜਾਣਾ। ਨਾਲ ਹੀ ਪਰਾਂ ਉਹ ਥਾਂ ਸੀ ਜਿੱਥੇ ਰੂੰਗੇ ਦੀ ਭੈਣ ਚੰਦੋ ਦੱਬੀ ਗਈ ਸੀ। ਉੱਥੇ ਇੱਕ ਚਿੱਟੀ ਜਿਹੀ ਮੱਟੀ ਹੁੰਦੀ ਸੀ ਜਿਸ ਨੂੰ ਰੂੰਗਾ ਹਰ ਸਾਲ ਦੀਵਾਲੀ 'ਤੇ ਕਲੀ ਜ਼ਰੂਰ ਕਰਦਾ ਹੁੰਦਾ ਸੀ, ਪਰ ਰੂੰਗੇ ਦੇ ਮਰਨ ਤੋਂ ਬਾਅਦ ਕੁਝ ਸਾਲ ਤੱਕ ਤਾਂ ਮੱਟੀ ਰਹੀ, ਫਿਰ ਉਹ ਬਾਦੀ ਆਬਾਦੀ ਨੇ ਖਾ ਲਈ। ਹੁਣ ਤਾਂ ਪਿੰਡ ਉਸ ਤੋਂ ਕਾਫੀ ਅੱਗੇ ਤੱਕ ਵੱਧ ਗਿਆ ਹੈ। ਉੱਚੀਆਂ ਕਰ ਪਾਈਆਂ ਕੋਠੀਆਂ ਦੀਆਂ ਪਰਤਾਂ ਥੱਲੇ ਨੱਪੀ ਗਈ ਹੋਣੀਆਂ ਸ਼ਾਇਦ। ਜਦੋਂ ਚੰਦੋ ਨੂੰ ਦੱਬਿਆ ਗਿਆ ਸੀ ਕੁਝ ਦਿਨ ਬਾਅਦ ਉੱਥੇ ਇੱਕ ਟਾਹਲੀ ਦਾ ਬੂਟਾ ਉੱਗਿਆ ਸੀ। ਰੂੰਗੇ ਨੂੰ ਲੱਗਾ ਜਿਵੇਂ ਚੰਦੋ ਦੁਬਾਰਾ ਜਨਮ ਲੈ ਕੇ ਆ ਗਈ ਹੋਵੇ। ਉਹ ਟਾਹਲੀ ਦੇ ਬੂਟੇ ਨੂੰ ਖੁੱਡ ਕੇ ਘਰ ਲੈ ਆਇਆ ਤੇ ਵਿਹੜੇ 'ਚ ਲਾ ਦਿੱਤਾ। ਉਹ ਬਾਅਦ 'ਚ ਬੜਾ ਭਾਰੀ ਟਾਹਲੀ ਦਾ ਦਰਖਤ ਬਣਿਆ। ਅੱਜ ਉਸੇ ਟਾਹਲੀ ਥੱਲੇ ਹੀ ਮਰਿਆ ਪਿਆ ਸੀ ਰੂੰਗਾ। ਜੇਬ ਵਿੱਚ ਬਲੈਕ ਐਂਡ ਵਾਈਟ ਫਲੋਰਨੈਸ ਗਲੋਰੀਆ ਦੀ ਫੋਟੋ ਸੀ। ਮੈਂ ਉਹਦੇ ਬੂਹੇ ਅੱਗੇ ਖੜਾ ਅੰਦਰ ਵੇਖ ਰਿਹਾ ਸੀ। ਰੂੰਗਾ ਦੁੱਖ ਤਾਂ ਹਲੇ ਮੇਰਾ ਦਾ ਨਹੀਂ ਸੀ ਭੁੱਲਿਆ। ਉੱਤੋਂ ਇੱਕ ਸੱਟ ਜਾਂਦੀ ਹੋਈ ਚੰਦੋ ਮਰ ਗਈ, ਪਰ ਕਹਿੰਦੇ ਆ ਕਿ ਵਕਤ ਪਤਾ ਨਹੀਂ ਕਹੋ ਜਿਹੀ ਦਵਾਈ ਆ, ਇਹ ਹਰ ਜ਼ਖਮ ਭਰ ਦਿੰਦਾ। ਖੈਰ ਮੈਂ ਤਾਂ ਨਹੀਂ ਮੰਨਦਾ ਕਿ ਵਕਤ ਹਰ ਜ਼ਖਮ ਭਰ ਦਿੰਦਾ। ਦਰਅਸਲ ਵਕਤ ਜ਼ਖਮ ਭਰਦਾ ਨਹੀਂ ਆ, ਬਸ ਸਾਨੂੰ ਹੀ ਦਰਦ ਸਹਿਣ ਦੀ ਆਦਤ ਹੋ ਜਾਂਦੀ ਆ। ਸਾਨੂੰ ਲੱਗਦਾ ਵਕਤ ਨੇ ਸਾਡੇ ਜ਼ਖਮ ਭਰ ਦਿੱਤੇ। ਖੈਰ ਰੂੰਗੇ ਨੇ ਜ਼ਿੰਦਗੀ ਤਾਂ ਜਿਉਣੀ ਹੀ ਸੀ। ਮੈਂਗਲ ਨੇ ਇੱਕ ਇੱਕ ਕਰਕੇ ਸਾਰੀਆਂ ਬੱਕਰੀਆਂ ਵੇਚ ਦਿੱਤੀਆਂ ਸਨ। ਉਂਝ ਦੁਨੀਆ 'ਤੇ ਭਾਵੇਂ ਉਹਦਾ ਕੋਈ ਨਹੀਂ ਸੀ ਰਿਹਾ, ਪਰ ਢਿੱਡ ਤਾਂ ਸੀ ਨਾ, ਉਹਦੇ ਲਈ ਤਾਂ ਕੁਝ ਕਰਨਾ ਪੈਣਾ ਹੀ ਸੀ। ਬੱਕਰੀਆਂ ਤਾਂ ਹੁਣ ਰਹੀਆਂ ਨਹੀਂ ਸਨ। ਉਧਰ ਦੂਜੀ ਸੰਸਾਰ ਜੰਗ ਬੜੇ ਜ਼ੋਰਾਂ 'ਤੇ ਚੱਲ ਰਹੀ ਸੀ। ਅੰਗਰੇਜ਼ਾਂ ਨੇ ਸਿੱਖਾਂ ਦੀ ਭਰਤੀ ਧੜਾਧੜ ਸ਼ੁਰੂ ਕਰ ਦਿੱਤੀ ਗਈ ਸੀ। ਪੰਜਾਬ ਦੀਆਂ ਮਾਵਾਂ ਦੇ ਪੁੱਤਾਂ ਦੀਆਂ ਲਾਸ਼ਾਂ ਦੇ ਢੇਰ ਲੱਗਣੇ ਸ਼ੁਰੂ ਹੋ ਗਏ। ਰੂੰਗਾ ਵੀ ਫਿਰੋਜ਼ਪੁਰ ਜਾ ਕੇ ਭਰਤੀ ਹੋ ਗਿਆ। ਵਿਸ਼ਵ ਜੰਗ ਦੌਰਾਨ ਅੰਗਰੇਜ਼ਾਂ ਨੇ ਇਟਲੀ 'ਚ ਸਿੱਖ ਫੌਜ ਭੇਜੀ। ਇਸੇ ਫੌਜ ਦੀ ਟੁਕੜੀ 'ਚ ਰੂੰਗਾ ਗਿਆ ਸੀ ਇਟਲੀ। ਯੂਰਪ 'ਚ ਇਸੇ ਜੰਗ ਦਾ ਸੇਕ ਚੱਲਿਆ। ਇੰਗਲੈਂਡ, ਫਰਾਂਸ, ਜਾਪਾਨ, ਇਟਲੀ, ਰੂਸ, ਬੈਲਜੀਅਮ, ਹੋਲੈਂਡ, ਗਰੀਸ, ਰੋਮਾਨੀਆ, ਮਾਲਟਾ, ਪੋਲੈਂਡ ਵਰਗੇ ਦੇਸ਼ਾਂ ਨੇ ਝੱਲਿਆ। ਇਸ ਜੰਗ 'ਚ 70 ਦੇਸ਼ ਸ਼ਾਮਲ ਸੀ। 7 ਕਰੋੜ ਲੋਕਾਂ ਦੀ ਮੌਤ ਹੋਈ ਸੀ। ਅੰਗਰੇਜ਼ਾਂ ਦੀ ਫੌਜ ਵਿੱਚ ਉਦੋਂ 2.5 ਲੱਖ ਸਿੱਖ ਫੌਜੀ ਸਨ। ਜੋ ਫੌਜ ਇਟਲੀ ਭੇਜੀ ਗਈ, ਰੂੰਗਾ ਵੀ ਉਸ ਫੌਜ ਵਿੱਚ ਸੀ। ਬੇਸ਼ੱਕ ਇਟਲੀ ਦਾ ਸ਼ਾਸਕ ਹਿਟਲਰ ਦੇ ਨਾਲ ਰਲ ਗਿਆ ਸੀ, ਪਰ ਹਿਟਲਰ ਦੇ ਨਾਜ਼ੀ ਸਿਪਾਹੀਆਂ ਨੇ ਇਟਲੀ ਦੇ ਆਮ ਲੋਕਾਂ 'ਤੇ ਜ਼ੁਲਮ ਕਰਨੇ ਸ਼ੁਰੂ ਕਰ ਦਿੱਤੇ ਸਨ। ਨਾਜ਼ੀਆਂ ਨੇ ਇਟਲੀ ਦੀਆਂ ਔਰਤਾਂ ਦੀਆਂ ਸੜਕ 'ਤੇ ਇੱਜ਼ਤਾਂ ਲੁੱਟਣੀਆਂ ਸ਼ੁਰੂ ਕਰ ਦਿੱਤੀਆਂ ਸਨ। ਸਿੱਖ ਫੌਜ ਉਹਨਾਂ ਲਈ ਰੱਬ ਬਣ ਕੇ ਗਈ ਸੀ। ਸਿੱਖ ਫੌਜ ਜਿਨ੍ਹਾਂ ਨੇ ਅੰਗਰੇਜ਼ਾਂ ਦੇ ਮੂਹਰੇ ਲੱਗ ਕੇ ਇਟਲੀ 'ਚੋਂ ਜਰਮਨ ਫੌਜਾਂ ਨੂੰ ਬਾਹਰ ਕੱਢਿਆ ਸੀ।
ਜਿਸ 'ਤੇ ਪੰਜਾਬੀ ਫਿਲਮ ਸੱਜਣ ਸਿੰਘ ਰੰਗਰੂਟ ਬਣੀ ਆ। ਇਸ ਤੋਂ ਅਗਲੀ ਕਹਾਣੀ ਉਹ ਆ ਜੋ ਰੂੰਗਾ ਫੱਟੇ 'ਤੇ ਜਾਂ ਸੱਥ 'ਚ ਕਹਿ ਲਵੋ ਉੱਥੇ ਸੁਣਾਉਂਦਾ ਹੁੰਦਾ ਸੀ ਕਿ ਕਿਵੇਂ ਉਹ ਬਲੈਕ ਐਂਡ ਵਾਈਟ ਫੋਟੋ ਵਾਲੀ ਫਲੋਰੈਂਸ ਗਲੋਰੀਆ ਨੂੰ ਮਿਲਿਆ ਸੀ। ਬਾਕੀ ਕਹਾਣੀ ਰੂੰਗੇ ਦੀ ਜਵਾਨੀ ਹੋਣ ਕਰਕੇ ਅਸੀਂ ਤੇ ਮੈਂ ਸ਼ਬਦ ਵਰਤਾਂਗਾ ਰੂੰਗੇ ਲਈ। ਅਸੀਂ ਮਤਲਬ ਰੂੰਗੇ ਦੇ ਬਾਕੀ ਸਿੱਖ ਫੌਜੀ। ਇੰਡੀਅਨ ਬ੍ਰਿਟਿਸ਼ ਆਰਮੀ ਦੀ 8 ਡਿਵੀਜ਼ਨ ਸੀ। ਪਹਿਲਾਂ ਅਸੀਂ ਫਰਾਂਸ ਦੇ ਲਿਲੀ ਸ਼ਹਿਰ 'ਚ ਜਰਮਨ ਫੌਜ ਦਾ ਮੁਕਾਬਲਾ ਕੀਤਾ। ਇੱਥੇ ਕਾਫੀ ਵੱਡੀ ਜੰਗ ਹੋਈ ਸੀ। ਫਿਰ ਸਿੱਖ ਰਾਜਾ ਦੀ ਫੌਜ ਨਾਭਾ ਅਕਾਲ ਇਨਫੈਂਟਰੀ ਨਾਲ ਰਲ ਕੇ ਅਸੀਂ 3 ਅਕਤੂਬਰ ਨੂੰ ਤੈਰਮੌਲੀ ਨੇੜੇ ਇੱਕ ਪਿੰਡ 'ਚ ਪਹੁੰਚ ਗਏ। ਉਹ ਰਾਤ ਬੜੀ ਖੂਨੀ ਸੀ। ਪੰਜਾਬ ਦੀਆਂ ਮਾਵਾਂ ਦੇ ਪੁੱਤ 7 ਸਮੁੰਦਰੋਂ ਪਾਰ ਕਿਸੇ ਲਈ ਲੜ ਰਹੇ ਸਨ ਤੇ ਸਾਡੇ ਸਿਰਾਂ 'ਤੇ ਜਰਮਨ ਫੌਜ ਦੇ ਜਹਾਜ਼ ਪੰਛੀਆਂ ਵਾਂਗ ਉੱਡ ਰਹੇ ਸਨ। ਉਹ ਰਾਤ ਅਸੀਂ ਭੁੱਖਿਆਂ ਨੇ ਕੱਟੀ ਕਿਉਂਕਿ ਜੇ ਅੱਗ ਬਾਲਦੇ ਸੀ ਤਾਂ ਬੰਬ ਡਿੱਗਣ ਦਾ ਖਤਰਾ ਸੀ। ਅਗਲੀ ਸਵੇਰ ਅਸੀਂ ਕਿਸੇ ਪਿੰਡ 'ਚੋਂ ਗੁਜ਼ਰ ਰਹੇ ਸਾਂ। ਉਹ ਸਾਰਾ ਪਿੰਡ ਬੰਬਾਂ ਨਾਲ ਤਬਾਹ ਕਰ ਦਿੱਤਾ ਗਿਆ ਸੀ। ਮੈਨੂੰ ਇੱਕ ਘਰ ਵਿੱਚੋਂ ਕਿਸੇ ਦੇ ਚੀਕਣ ਦੀ ਆਵਾਜ਼ ਆਈ। ਮੈਂ ਜਾ ਕੇ ਦੇਖਿਆ, ਕੁਝ ਨਾਜ਼ੀ ਫੌਜੀਆਂ ਵੱਲੋਂ ਕਿਸੇ ਇਟਲੀਅਨ ਕੁੜੀ ਦੀ ਇੱਜ਼ਤ ਲੁੱਟਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ। ਮੈਂ ਜਦ ਫਾਇਰ ਕੀਤਾ ਉਹ ਨਾਜ਼ੀ ਬਾਰੀ ਵਿੱਚ ਦੀ ਦੌੜ ਗਏ। ਉਹ ਕੁੜੀ ਭੱਜ ਕੇ ਮੈਨੂੰ ਚਿੰਬੜ ਗਈ। ਫਿਰ ਮੈਨੂੰ ਓਪਰਾ ਦੇਖ ਕੇ ਸਿਰ 'ਤੇ ਪੱਗ ਦੇਖ ਸ਼ਾਇਦ ਡਰ ਗਈ ਹੋਵੇ। ਇੱਕਦਮ ਪਰੇ ਹੋ ਗਈ ਕਿਉਂਕਿ ਉਸੇ ਵਕਤ ਉਸ ਕੁੜੀ ਦੇ ਤਨ 'ਤੇ ਕੋਈ ਵੀ ਕੱਪੜਾ ਨਹੀਂ ਸੀ। ਮੈਂ ਆਪਣੇ ਬੈਗ 'ਚੋਂ ਇੱਕ ਪੱਗ ਕੱਢ ਕੇ ਦੇ ਦਿੱਤੀ ਜੋ ਉਸਨੇ ਆਪਣੇ ਉੱਪਰ ਲਪੇਟ ਲਈ। ਕਿੰਨਾ ਚਿਰ ਉਹ ਮੈਨੂੰ ਦੇਖਦੀ ਰਹੀ। ਸਾਡੇ ਨਾਲ ਉਸ ਵਕਤ ਕਈ ਇਟਲੀ ਦੀਆਂ ਕੁੜੀਆਂ ਮੁੰਡੇ ਸਨ ਜਿਨ੍ਹਾਂ ਨੂੰ ਅਸੀਂ ਨਾਜ਼ੀ ਦੀ ਫੌਜ ਤੋਂ ਬਚਾਇਆ ਸੀ। ਉਹ ਵੀ ਸਾਡੇ ਨਾਲ ਰਲ ਗਏ। ਉਹਨਾਂ ਸਾਰੇ ਸਿਵਿਲੀਅਨਾਂ ਨੂੰ ਅਸੀਂ ਇੱਕ ਜੰਗਲ 'ਚ ਸੇਫ ਜਗ੍ਹਾ ਛੱਡ ਦਿੱਤਾ। ਕਈ ਮਹੀਨੇ ਸਾਡਾ ਡੇਰਾ ਉਸੇ ਪਿੰਡ ਰਿਹਾ। ਰੋਜ਼ ਲਾਸ਼ਾਂ ਦੇ ਢੇਰ ਲੱਗਦੇ ਤੇ ਜੋ ਇਟਾਲੀਅਨ ਲੋਕ ਅਸੀਂ ਬਚਾਏ ਸਨ ਉਹਨਾਂ ਜੰਗਲ ਦੀਆਂ ਲੱਕੜਾਂ ਵੱਢ ਕੇ ਸਾਡੇ ਲਈ ਖਾਣਾ ਬਣਾਉਣਾ ਸ਼ੁਰੂ ਕਰ ਦਿੱਤਾ ਸੀ। ਫੌਜ ਦੇ ਕੁਝ ਸਿਪਾਹੀ ਖੱਚਰਾਂ 'ਤੇ ਜਾ ਕੇ ਉਹਨਾਂ ਕੋਲੋਂ ਖਾਣਾ ਲੈ ਆਉਂਦੇ ਸਨ। ਅਸੀਂ ਉਹਨਾਂ ਨੂੰ ਲੜਾਈ ਵਾਲੇ ਇਲਾਕੇ ਤੋਂ ਦੂਰ ਹੀ ਰੱਖਿਆ ਸੀ। ਪਰ ਪਤਾ ਨਹੀਂ ਉਸ ਕੁੜੀ ਨੂੰ ਕੀ ਖਿੱਚ ਸੀ। ਉਹ ਮੇਰੇ ਲਈ ਖਾਣਾ ਆਪ ਲੈ ਕੇ ਆਉਂਦੀ ਸੀ ਜਿਸ ਨੂੰ ਮੈਂ ਆਪਣੀ ਪੱਗ ਦਿੱਤੀ ਸੀ ਸਰੀਰ ਢੱਕਣ ਨੂੰ। ਉਹ ਕੁਝ ਕਹਿੰਦੀ ਸੀ ਅੰਗਰੇਜ਼ੀ 'ਚ, I did not see God but he must be like you। ਮੈਨੂੰ ਉਹਦੀ ਸਮਝ ਨਹੀਂ ਆਉਂਦੀ ਸੀ ਕਿ ਉਹ ਬੋਲਦੀ ਕੀ ਸੀ। ਮੇਰੇ ਨਾਲ ਲਾਹੌਰ ਤੋਂ ਇੱਕ ਪੰਜਾਬੀ ਸਿਪਾਹੀ ਸੀ ਅਲਮਤ ਖਾਨ। ਉਹਨੂੰ ਥੋੜ੍ਹੀ ਬਹੁਤ ਅੰਗਰੇਜ਼ੀ ਆਉਂਦੀ ਸੀ। ਉਹਨੇ ਦੱਸਿਆ ਸੀ ਕਿ ਉਹ ਕਹਿੰਦੀ ਆ ਤੁਸੀਂ ਕਿੰਨੇ ਚੰਗੇ ਲੋਕ ਹੋ ਜੋ ਸਾਨੂੰ ਬਚਾਉਣ ਆਏ ਹੋ ਇੰਨੀ ਦੂਰ ਆਪਣੇ ਘਰ-ਬਾਰ ਛੱਡ ਕੇ। ਉਹ ਕਹਿੰਦੀ ਮੇਰਾ ਪਿਓ ਵੀ ਆਰਮੀ 'ਚ ਆ। ਉਹ ਵੀ ਸਾਗਰੋ ਘਾਟੀ 'ਤੇ ਲੜਨ ਗਿਆ ਹੋਇਆ ਨਾਜ਼ੀਆਂ ਖਿਲਾਫ। ਇਹ ਸਾਡਾ ਪਿੰਡ ਬਹੁਤ ਸੋਹਣਾ ਹੁੰਦਾ ਸੀ। ਇੱਥੇ ਬਹੁਤ ਜ਼ੁਲਮ ਕੀਤਾ ਨਾਜ਼ੀਆਂ। ਉਹ ਸਾਡੀਆਂ ਗਾਵਾਂ ਬੱਕਰੀਆਂ ਭੇਡਾਂ ਵੱਢ ਕੇ ਖਾ ਗਏ। ਕਿੰਨੀਆਂ ਕੁੜੀਆਂ ਦੀਆਂ ਇੱਜ਼ਤਾਂ ਉਹਨਾਂ ਇਹਨਾਂ ਸੜਕਾਂ 'ਤੇ ਲੁੱਟਦੇ ਰਹੇ ਆ ਅਸੀਂ ਦੱਸ ਨਹੀਂ ਸਕਦੇ। ਨਾਜ਼ੀਆਂ ਮੇਰੀ ਮਾਂ ਤੇ ਮੇਰੇ ਭਰਾ ਨੂੰ ਮਾਰ ਦਿੱਤਾ। ਹੁਣ ਮੈਂ ਇਕੱਲੀ ਹਾਂ, ਆਪਣੇ ਪਿਓ ਨੂੰ ਉਡੀਕ ਰਹੀ ਹਾਂ। ਇੱਕ ਦਿਨ ਉਹ ਕੁੜੀ ਖਾਣਾ ਦੇਣ ਆਈ, ਬਹੁਤ ਰੋ ਰਹੀ ਸੀ। ਉਹਦੀਆਂ ਨੀਲੀਆਂ ਅੱਖਾਂ 'ਚੋਂ ਹੰਝੂ ਗੋਰੀਆਂ ਗੱਲਾਂ ਤੋਂ ਵਗ ਰਹੇ ਸੀ। ਉਹ ਕੀ ਕਹਿਣਾ ਚਾਹੁੰਦੀ ਸੀ ਮੈਨੂੰ ਸਮਝ ਨਹੀਂ ਸੀ ਆ ਰਹੀ। ਅਲਮਤ ਖਾਨ ਵੀ ਉਦੋਂ ਉੱਥੇ ਨਹੀਂ ਸੀ। ਮੈਨੂੰ ਮੇਰੀ ਬੀਬੀ ਨੂੰ ਤਰਿੰਜਣਾ 'ਚ ਕਿਸੇ ਕੁੜੀ ਦੀ ਆਖੀ ਗੱਲ ਯਾਦ ਆਈ ਕਿ ਉਹ ਮੇਮਾਂ ਤਾਂ ਪਟਰ-ਪਟਰ ਅੰਗਰੇਜ਼ੀ ਬੋਲਦੀਆਂ, ਰੂੰਗਾ ਕਿੱਥੋਂ ਸਮਝ ਲਊ। ਪਰ ਉਹ ਰੋਈ ਜਾਂਦੀ ਸੀ। ਉਹਦੇ ਪਤਲੇ ਬੁੱਲ ਕੰਬ ਰਹੇ ਸਨ। ਭਿੱਜੀਆਂ ਨੀਲੀਆਂ ਅੱਖਾਂ ਕੁਝ ਕਹਿ ਰਹੀਆਂ ਸਨ। ਮੈਨੂੰ ਸਮਝ ਨਹੀਂ ਸੀ ਆ ਰਿਹਾ। ਚੌਲਾਂ ਵਾਲਾ ਗੱਤੇ ਦਾ ਡੱਬਾ ਉਹਨੇ ਗੁੱਸੇ ਨਾਲ ਮੇਰੇ ਦੋਵਾਂ ਹੱਥਾਂ 'ਤੇ ਮਾਰਿਆ ਤੇ ਮੁੜਨ ਲੱਗੀ। ਫਿਰ ਰੁਕ ਗਈ, ਇੱਧਰ-ਉੱਧਰ ਦੇਖਣ ਲੱਗੀ। ਸ਼ਾਇਦ ਉਹ ਵੀ ਅਲਮਤ ਖਾਨ ਨੂੰ ਲੱਭਦੀ ਹੋਵੇ ਤਾਂ ਮੈਨੂੰ ਰੋਣ ਦੀ ਵਜ੍ਹਾ ਸਮਝਾ ਸਕੀ। ਅਚਾਨਕ ਉਹਨੂੰ ਅਮਾਨਤ ਖਾਨ ਆਉਂਦਾ ਦਿਸਿਆ। ਉਹਦੀਆਂ ਅੱਖਾਂ 'ਚ ਇੱਕ ਚਮਕ ਆ ਗਈ। ਉਹ ਪਾਗਲਾਂ ਵਾਂਗ ਉਸ ਕੋਲ ਭੱਜੀ ਗਈ। ਫਿਰ ਉਹ ਅਮਾਨਤ ਖਾਨ ਦੀ ਬਾਂਹ ਫੜ ਕੇ ਮੇਰੇ ਕੋਲ ਖਿੱਚ ਲਿਆਈ। ਫਿਰ ਉਹਨੇ ਦੱਸਣਾ ਸ਼ੁਰੂ ਕੀਤਾ ਕਿ ਉਹਦੇ ਪਿਤਾ ਦੀ ਚਿੱਠੀ ਆਈ ਹੈ। ਉਹਦੇ ਪਿਤਾ ਦੀ ਚਿੱਠੀ ਆਈ ਜੋ ਆਰਮੀ 'ਚ ਨਾਜ਼ੀਆਂ ਖਿਲਾਫ ਲੜ ਰਿਹਾ ਹੈ। ਉਹਨਾਂ ਲਿਖਿਆ ਹੈ ਕਿ ਨਾਜ਼ੀਆਂ ਦੇ ਪੈਰ ਉਖੜਨੇ ਸ਼ੁਰੂ ਹੋ ਗਏ ਹਨ। ਪਰ ਪਿਤਾ ਜੀ ਨੇ ਇਹ ਵੀ ਲਿਖਿਆ ਕਿ ਜਿਸ ਸ਼ਹਿਰ ਵਿੱਚ ਮੇਰਾ ਮੰਗੇਤਰ ਰਹਿੰਦਾ ਹੈ ਨਾਜ਼ੀਆਂ ਨੇ ਉਸ ਸ਼ਹਿਰ 'ਤੇ ਬਹੁਤ ਬੰਬ ਬਰਸਾਏ ਹਨ। ਬਹੁਤ ਲੋਕ ਮਾਰੇ ਗਏ ਤੇ ਬਹੁਤ ਬੰਦੀ ਬਣਾ ਲਏ ਗਏ ਨੇ ਨਾਜ਼ੀਆਂ ਵੱਲੋਂ। ਹੁਣ ਜੌਹਨ ਦਾ ਕੋਈ ਪਤਾ ਨਹੀਂ ਲੱਗ ਰਿਹਾ।
ਉਹਨੇ ਰੋਣਾ ਸ਼ੁਰੂ ਕਰ ਦਿੱਤਾ। ਫਿਰ ਰੁਕ ਕੇ ਬੋਲੀ, ਮੈਨੂੰ ਤੁਹਾਨੂੰ ਮਿਲਣਾ ਬਹੁਤ ਚੰਗਾ ਲੱਗਦਾ ਮਿਸਟਰ ਸਿੰਘ, ਪਰ ਅੱਜ ਤੁਹਾਡੀ ਆਰਮੀ ਦੇ ਅਫਸਰ ਨੇ ਮੈਨੂੰ ਇੱਥੇ ਆਉਣ ਤੋਂ ਮਨ੍ਹਾ ਕਰ ਦਿੱਤਾ। ਕਹਿੰਦਾ ਖਬਰਦਾਰ ਜੇ ਦੁਬਾਰਾ ਇੱਥੇ ਆਈ ਤਾਂ ਹੰਝੂ ਉਹਦੀਆਂ ਗੱਲਾਂ ਤੋਂ ਵਗ ਪਏ। ਮੈਨੂੰ ਪਤਾ ਨਹੀਂ ਤੁਹਾਡਾ ਨਾਮ ਕੀ ਆ, ਪਰ ਤੁਸੀਂ ਮੈਨੂੰ ਬਹੁਤ ਚੰਗੇ ਲੱਗਦੇ ਹੋ। ਤਾਂ ਮੈਂ ਬੋਲਿਆ, ਜੀ ਮੇਰਾ ਨਾਮ ਰੂੰਗਾ। ਬਹੁਤ ਅਜੀਬ ਜਿਹਾ ਨਾਂ ਹੈ। ਮੇਰਾ ਨਾਂ ਫਲੋਰੈਂਸ ਗਲੋਰੀਆ। ਤੁਸੀਂ ਮੇਰੇ ਨਾਲ ਵਾਅਦਾ ਕਰੋ, ਤੁਸੀਂ ਮੈਨੂੰ ਕੈਂਪ 'ਚ ਰੋਜ਼ ਮਿਲਣ ਆਓਗੇ। ਉਹਨੇ ਮੇਰੇ ਅੱਗੇ ਹੱਥ ਫੈਲਾ ਦਿੱਤੇ ਜਿਵੇਂ ਕੁਝ ਮੰਗ ਰਹੀ ਹੋਵੇ। ਮੰਗ ਹੀ ਤਾਂ ਰਹੀ ਸੀ ਉਹ ਮੇਰੇ ਦੀਦਾਰ ਦੀ ਭੀਖ। ਮੈਨੂੰ ਯਾਦ ਆਉਣਾ ਜਦੋਂ ਨਿੱਕੇ ਹੁੰਦੇ ਘਰ ਆ ਕੇ ਕਦੇ-ਕਦੇ ਆਪਣੀ ਮਾਂ ਮੇਰਾ ਨੂੰ ਕਹਿਣਾ ਕਿ ਦੇਖ ਲਾ ਬੀਬੀ, ਸਾਰੇ ਪਿੰਡ ਵਾਲੇ ਮੈਨੂੰ ਰੂੰਗੇ 'ਚ ਆਇਆ ਕਹਿੰਦੇ ਆ। ਤਾਂ ਬੀਬੀ ਨੇ ਕਹਿਣਾ, ਪੁੱਤ ਇਹਨਾਂ ਕਮਲੇ ਲੋਕਾਂ ਨੂੰ ਕੀ ਪਤਾ ਮੇਰੇ ਪੁੱਤ ਦੀ ਕਾਬਲੀਅਤ। ਦੇਖੀ ਪੁੱਤ, ਮੇਮਾਂ ਘੁੰਮਿਆ ਕਰਨਗੀਆਂ ਤੇਰੇ ਪਿੱਛੇ, ਫਿਰ ਮੈਂ ਪਿੰਡ 'ਚ ਉੱਚੀ ਹੋ ਤੁਰਿਆ ਕਰੂੰ। ਪਰ ਬੀਬੀ ਤਾਂ ਗੁੱਡੀ ਨੂੰ ਮੇਰੀ ਝੋਲੀ ਪਾ ਕੇ ਪਹਿਲਾਂ ਹੀ ਤੁਰ ਗਈ। ਪਿੰਡ 'ਚ ਉੱਚੀ ਹੋ ਕੇ ਤੁਰਨ ਤੋਂ ਕਿਤੇ ਪਹਿਲਾਂ ਤੇ ਗੁੱਡੀ ਨੂੰ ਵੀ ਜਿਵੇਂ ਮੇਰਾ ਮੋਹ ਨਹੀਂ ਆਉਂਦਾ ਸੀ, ਉਹ ਵੀ ਮੈਨੂੰ ਛੱਡ ਕੇ ਬੀਬੀ ਕੋਲ ਉਹਦੀ ਗੋਦੀ 'ਚ ਜਾ ਬੈਠੀ। ਮੇਰਾ 7 ਸਮੁੰਦਰੋਂ ਪਾਰ ਆਪਣੇ ਪਿੰਡ ਤੋਂ ਲੱਖਾਂ ਕੋਹਾਂ ਦੂਰ ਬੈਠੇ ਦਾ ਰੋਣ ਨਿਕਲ ਜਾਣਾ, ਪਰ ਬੀਤੇ ਵਕਤ ਤੇ ਪੁਰਾਣਿਆਂ ਜ਼ਖਮਾਂ ਨੂੰ ਪੱਟਿਆ ਕੱਲੀਆਂ ਪੀੜਾਂ ਹੀ ਮਿਲਦੀਆਂ, ਕਦੇ ਕੁਝ ਹੋਰ ਨਹੀਂ ਮਿਲਦਾ ਹੁੰਦਾ। ਮੈਂ ਸਬਰ ਕਰ ਲੈਣਾ। ਫਿਰ ਮੈਂ ਕੈਂਪ 'ਚੋਂ ਖਾਣਾ ਲਿਆਉਣ ਵਾਲੇ ਫੌਜੀ ਦਸਤੇ ਨਾਲ ਜਾਣਾ ਸ਼ੁਰੂ ਕਰ ਦਿੱਤਾ। ਗਲੋਰੀਆ ਮੈਨੂੰ ਉਡੀਕ ਰਹੀ ਹੁੰਦੀ। ਉਹ ਭੱਜ ਕੇ ਮੇਰੇ ਕੋਲ ਆ ਜਾਂਦੀ, ਜਿਵੇਂ ਉਹਨੂੰ ਕੋਈ ਗਵਾਚੀ ਚੀਜ਼ ਲੱਭ ਗਈ ਹੋਵੇ। ਨੀਚ ਲਾ ਕੇ ਮੈਨੂੰ ਦੇਖਦੀ ਰਹਿੰਦੀ, ਜਿਵੇਂ ਮੇਰੇ ਵਿੱਚੋਂ ਕੁਝ ਲੱਭ ਰਹੀ ਹੋਵੇ। ਪਰ ਉਸ ਤੋਂ ਬਾਅਦ ਕਦੇ ਸਾਡੇ ਦੋਵਾਂ 'ਚ ਕੋਈ ਗੱਲਬਾਤ ਨਹੀਂ ਹੋਈ, ਕਿਉਂਕਿ ਅਮਾਨਤ ਖਾਨ ਸਾਡੇ ਦਸਤੇ ਨਾਲ ਨਹੀਂ ਜਾਂਦਾ ਸੀ। ਅੱਖਾਂ ਰਾਹੀਂ ਸਾਡੇ ਕਈ ਸਵਾਲ ਜਵਾਬ ਇੱਕ ਦੂਜੇ ਨਾਲ ਹੁੰਦੇ ਰਹਿੰਦੇ। ਕਦੇ ਉਹ ਆਪਣੇ ਪਿਤਾ ਵੱਲੋਂ ਆਈਆਂ ਚਿੱਠੀਆਂ ਬਾਰੇ ਮੈਨੂੰ ਦੱਸਦੀ, ਕਦੇ ਆਪਣੀ ਮਾਂ ਦੀਆਂ ਗੱਲਾਂ, ਪਰ ਮੈਨੂੰ ਕੁਝ ਨਹੀਂ ਸਮਝ ਆਉਂਦਾ ਸੀ। ਬਸ ਉਹਦੇ ਹੱਥਾਂ ਦੇ ਇਸ਼ਾਰਿਆਂ ਤੋਂ ਅੰਦਾਜ਼ਾ ਲਗਾ ਲੈਂਦਾ ਸੀ ਮੈਂ। ਫਿਰ ਆਰਮੀ ਨੇ ਉਹਨਾਂ ਲਈ ਉਜੜੇ ਪਿੰਡ 'ਚ ਘਰ ਫਿਰ ਤੋਂ ਬਣਾ ਦਿੱਤੇ, ਕਿਉਂਕਿ ਨਾਜ਼ੀ ਫੌਜ ਕਾਫੀ ਪਿੱਛੇ ਹਟ ਚੁੱਕੀ ਸੀ। ਹੁਣ ਸਾਡੀ ਬ੍ਰਿਟਿਸ਼ ਇੰਡੀਅਨ ਆਰਮੀ ਨੇ ਅੱਗੇ ਕੂਚ ਕਰਨਾ ਸੀ। ਅੱਜ ਮੈਂ ਜਦ ਖਾਣਾ ਲੈਣ ਵਾਸਤੇ ਦਸਤੇ ਨਾਲ ਖੱਚਰਾਂ 'ਤੇ ਕੈਂਪ ਗਿਆ ਤੇ ਉਹ ਕੁੜੀ ਉੱਥੇ ਨਹੀਂ ਸੀ, ਮੇਰੀ ਬੇਚੈਨੀ ਵੱਧ ਗਈ, ਕਿਉਂਕਿ ਕੱਲ੍ਹ ਸਾਡੀ ਆਰਮੀ ਨੇ ਇੱਥੋਂ ਕੂਚ ਕਰ ਜਾਣਾ ਸੀ। ਮੈਂ ਤਾਂ ਉਹਦੇ ਨਾਲ ਆਖਰੀ ਮੁਲਾਕਾਤ ਕਰਨ ਆਇਆ ਸੀ, ਪਰ ਉਹ ਮੈਨੂੰ ਕਿਧਰੇ ਵੀ ਨਜ਼ਰ ਨਾ ਆਈ। ਪਰ ਕਿਸਮਤ ਕਈ ਵਾਰੀ ਸਾਡੇ ਨਾਲ ਲੁਕਣ ਮੀਚੀ ਖੇਡਦੀ ਆ। ਸ਼ਾਇਦ ਕਿਸਮਤ ਮੇਰੇ ਨਾਲ ਵੀ ਲੁਕਣ ਮੀਚੀ ਹੀ ਖੇਡ ਰਹੀ ਸੀ। ਅਮਰੀਕਨ ਇਟਾਲੀਅਨ ਫੌਜ ਦਾ ਇੱਕ ਆਦੇਸ਼ ਆਇਆ ਕਿ ਅਗਰ ਕਿਸੇ ਇਟਾਲੀਅਨ ਪਰਿਵਾਰ ਦਾ ਕੋਈ ਮੈਂਬਰ ਆਰਮੀ 'ਚ ਹੈ ਤੇ ਉਹ ਪਰਿਵਾਰ ਆਪਣੇ ਉਸ ਮੈਂਬਰ ਨੂੰ ਮਿਲਣਾ ਚਾਹੁੰਦਾ ਤਾਂ ਆਪਣੇ ਸੰਬੰਧੀ ਦੀ ਚਿੱਠੀ ਦਿਖਾ ਕੇ ਉਹ ਆਰਮੀ ਦੇ ਨਾਲ ਆ ਸਕਦਾ। ਇਸ ਕਾਰਨ ਮੈਂ ਉਸ ਨੀਲੀਆਂ ਅੱਖਾਂ ਵਾਲੀ ਫਲੋਰੈਂਸ ਗਲੋਰੀਆ ਨੂੰ ਲੱਭ ਰਿਹਾ ਤਾਂ ਕਿ ਉਹ ਆਪਣੇ ਪਿਤਾ ਨੂੰ ਮਿਲ ਸਕੇ, ਪਰ ਉਹ ਮਿਲੀ ਹੀ ਨਹੀਂ ਮੈਨੂੰ। ਫਿਰ ਇੱਕ-ਇੱਕ ਕਰਕੇ ਆਰਮੀ ਟਰੱਕਾਂ ਨੇ ਤੁਰਨਾ ਸ਼ੁਰੂ ਕਰ ਦਿੱਤਾ। ਜਦ ਮੈਂ ਆਰਮੀ ਟਰੱਕ 'ਚ ਹਲੇ ਪੈਰ ਧਰਨ ਹੀ ਲੱਗਾ ਸੀ ਕਿ ਕੀ ਦੇਖਦਾ, ਇੱਕ ਕੁੜੀ ਭੱਜੀ ਆ ਰਹੀ ਆ। ਉਹਦੇ ਹੱਥ ਲੋਹੇ ਦਾ ਬਕਸਾ ਆ। ਥੋੜਾ ਨੇੜੇ ਆਏ ਤੋਂ ਪਤਾ ਲੱਗਾ ਉਹ ਫਲੋਰੈਂਸ ਗਲੋਰੀਆ ਹੀ ਸੀ। ਭੱਜ ਕੇ ਆਉਣ ਕਰਕੇ ਉਹਦਾ ਸਾਹ ਫੁੱਲਿਆ ਹੋਇਆ ਸੀ। ਮੈਨੂੰ ਦੇਖ ਕੇ ਉਹਦੇ ਚਿਹਰੇ 'ਤੇ ਇੱਕ ਚਮਕ ਜਿਹੀ ਆ ਗਈ। ਫਿਰ ਉਹ ਸਾਡੇ ਕਮਾਂਡਰ, ਜੋ ਬ੍ਰਿਟਿਸ਼ ਸੀ, ਨੂੰ ਉਹ ਚਿੱਠੀ ਵਿਖਾ ਕੇ ਸਿਵਿਲੀਅਨ ਵਾਲੇ ਟਰੱਕ 'ਚ ਚੜ੍ਹ ਗਈ। ਪਹਿਲਾਂ ਵੀ ਕਾਫੀ ਲੋਕ ਸੀ ਜਿਨ੍ਹਾਂ ਦੇ ਸਕੇ ਸੰਬੰਧੀ ਫੌਜ 'ਚ ਸਨ। ਫਿਰ ਅਸੀਂ ਮੋਸਕੋਰੀਅਨ ਪਹੁੰਚ ਗਏ। ਇੱਥੇ ਅਮਰੀਕਾ ਦੀਆਂ ਫੌਜਾਂ ਵੀ ਨਾਜ਼ੀਆਂ ਖਿਲਾਫ ਲੜ ਰਹੀਆਂ ਸਨ। ਇੱਥੇ ਹੀ ਫਲੋਰੈਂਸ ਗਲੋਰੀਆ ਦਾ ਪਿਓ ਮਿਲਿਆ ਸੀ, ਜੋ ਅਮਰੀਕਨ ਆਰਮੀ ਵੱਲੋਂ ਨਾਜ਼ੀਆਂ ਦੇ ਖਿਲਾਫ ਲੜ ਰਿਹਾ ਸੀ। ਗਲੋਰੀਆ ਨੇ ਆਪਣੇ ਪਿਤਾ ਨਾਲ ਮਿਲਾਉਣ ਤੋਂ ਪਹਿਲਾਂ ਆਪਣਾ ਨਾਲ ਲਿਆਂਦਾ ਲੋਹੇ ਦਾ ਟਰੰਕ ਖੋਲ੍ਹਿਆ ਤੇ ਵਿੱਚੋਂ ਮੇਰੀ ਉਹ ਪੱਗ ਕੱਢੀ ਜੋ ਮੈਂ ਉਦੋਂ ਦਿੱਤੀ ਸੀ ਤਣ ਢੱਕਣ ਲਈ, ਜਦ ਨਾਜ਼ੀਆਂ ਉਹਦੀ ਇੱਜ਼ਤ ਲੁੱਟਣ ਦੀ ਕੋਸ਼ਿਸ਼ ਕੀਤੀ ਸੀ, ਜਦ ਉਹਦੇ ਜਿਸਮ 'ਤੇ ਕੋਈ ਕੱਪੜਾ ਨਹੀਂ ਸੀ। ਫਿਰ ਪਤਾ ਨਹੀਂ ਪਿਓ ਧੀ ਨੇ ਆਪਸ 'ਚ ਇਟਾਲੀਅਨ 'ਚ ਕੀ ਗੱਲਾਂ ਕੀਤੀਆਂ। ਮੈਨੂੰ ਤਾਂ ਇੰਨਾ ਪਤਾ, ਉਹ ਗੱਲਾਂ ਕਰਦੀ ਮੇਰੇ ਵੱਲ ਵੇਖ ਕੇ ਮੁਸਕਰਾ ਪੈਂਦੀ। ਸ਼ਾਇਦ ਉਹ ਗੱਲਾਂ ਹੀ ਮੇਰੀਆਂ ਕਰਦੀ ਹੋਵੇ, ਪਰ ਹੁਣ ਕਦੇ ਉਹ ਆਪਣੇ ਮੰਗੀਤਰ ਜੋਹਨ ਦਾ ਜ਼ਿਕਰ ਨਹੀਂ ਸੀ ਕਰਦੀ। ਕਈ ਵਾਰ ਕਿਸਮਤ ਸਾਨੂੰ ਉਹ ਬਖਸ਼ ਦਿੰਦੀ ਆ ਜੋ ਅਸੀਂ ਮੰਗਣਾ ਛੱਡ ਦਿੱਤਾ ਹੁੰਦਾ।
ਜਾਂ ਅਸੀਂ ਉਹਨੂੰ ਮੰਗਣਾ ਭੁੱਲ ਚੁੱਕੇ ਹੁੰਨੇ ਆ। ਇੱਥੇ ਉਹੀ ਹੋਇਆ ਸੀ, ਬਿਲਕੁਲ ਉਹੀ ਜਿਸ ਦੀ ਆਸ ਉਮੀਦ ਵੀ ਛੱਡ ਚੁੱਕੀ ਸੀ ਗਲੋਰੀਆ। ਅਸੀਂ ਨਾਜ਼ੀਆ ਦੇ ਇੱਕ ਖੇਮੇ 'ਤੇ ਹਮਲਾ ਕੀਤਾ, ਉਸ ਵਿੱਚੋਂ ਬਹੁਤ ਸਾਰੇ ਇਟਾਲੀਅਨ ਲੋਕਾਂ ਨੂੰ ਆਜ਼ਾਦ ਕਰਵਾਇਆ। ਇਟਾਲੀਅਨ ਕੁੜੀਆਂ ਦੀ ਹਾਲਤ ਦੇਖੀ ਨਹੀਂ ਸੀ ਜਾਂਦੀ। ਪਤਾ ਨਹੀਂ ਕਿੰਨੇ ਚਿਰ ਤੋਂ ਉਹ ਨਾਜ਼ੀਆ ਦੀ ਹਵਸ ਦਾ ਸ਼ਿਕਾਰ ਬਣਦੀਆਂ ਜਾ ਰਹੀਆਂ ਸਨ। ਇਸ ਵਿੱਚੋਂ ਹੀ ਮਿਲਿਆ ਸੀ ਜੋਹਨ, ਜਿਸ ਦੀ ਸ਼ਾਇਦ ਗਲੋਰੀਆ ਨੂੰ ਆਸ ਦੀ ਜ਼ਰੂਰਤ ਵੀ ਨਹੀਂ ਸੀ, ਪਰ ਉਹ ਗਲੋਰੀਆ ਦੇ ਸਾਹਮਣੇ ਖੜਾ ਸੀ। ਮੈਨੂੰ ਲੱਗਦਾ ਸੀ ਸ਼ਾਇਦ ਇਹੀ ਮੇਰੀ ਗਲੋਰੀਆ ਨਾਲ ਆਖਰੀ ਮੁਲਾਕਾਤ ਆ। 28 ਅਪ੍ਰੈਲ ਨੂੰ ਇਟਲੀ ਦੇ ਤਾਨਾਸ਼ਾਹ ਮੁਸੋਲੀਨੋ ਨੂੰ ਮਾਰ ਕੇ ਮਿਲਾਨੋ ਵਿੱਚ ਪੁੱਠਾ ਲਟਕਾ ਦਿੱਤਾ ਗਿਆ। 29 ਅਪ੍ਰੈਲ 1945 ਨੂੰ ਜਰਮਨ ਨੇ ਲਿਖਤੀ ਰੂਪ 'ਚ ਹਥਿਆਰ ਸੁੱਟ ਦਿੱਤੇ। ਉੱਧਰੋਂ ਜੰਗ ਖਤਮ, ਇੱਧਰੋਂ ਸਾਡੀ ਕਹਾਣੀ ਖਤਮ। ਜਦ ਸਿੱਖ ਫੌਜਾਂ ਨੇ ਵਾਪਸ ਮੁੜਨਾ ਸੀ ਤਾਂ ਇਟਲੀ ਦੇ ਵੱਖ-ਵੱਖ ਸ਼ਹਿਰਾਂ 'ਚ ਉਹਨਾਂ ਦਾ ਸਵਾਗਤ ਕੀਤਾ ਗਿਆ। ਸਾਰੇ ਇਟਲੀ ਵਾਸੀ ਆਪਣੀ ਆਜ਼ਾਦੀ 'ਤੇ ਬਹੁਤ ਖੁਸ਼ ਸਨ, ਬਸ ਇੱਕ ਨੂੰ ਛੱਡ ਕੇ, ਉਹ ਸੀ ਨੀਲੀਆਂ ਅੱਖਾਂ ਤੇ ਭੂਰੇ ਵਾਲਾਂ ਵਾਲੀ ਫਲੋਰੈਂਸ ਗਲੋਰੀਆ। ਉਹ ਜੋਹਨ ਨੂੰ ਲੈ ਕੇ ਮੇਰੇ ਕੋਲ ਆਈ। ਦੋਨਾਂ ਨੇ ਆ ਕੇ ਮੇਰੇ ਕੋਲ ਸਿਰ ਝੁਕਾ ਦਿੱਤਾ। ਮੈਂ ਵੀ ਉਹਦੇ ਸਿਰ 'ਤੇ ਹੱਥ ਧਰ ਦਿੱਤਾ, ਜਿਵੇਂ ਉਹ ਮੇਰੀ ਗੁੱਡੀ ਹੋਵੇ, ਜਿਵੇਂ ਉਹ ਮਰੀ ਨਾ ਹੋਵੇ। ਫਿਰ ਉਹਨੇ ਮੈਨੂੰ ਆਪਣੀ ਇਹ ਤਸਵੀਰ ਦਿੱਤੀ, ਮਗਰ ਆਪਣਾ ਨਾਂ ਲਿਖ ਕੇ। ਫਿਰ ਭਾਰਤੀ ਫੌਜਾਂ ਵਾਪਸ ਪਰਤ ਆਈਆਂ ਤੇ ਨਾਲ ਲੈ ਕੇ ਆਈਆਂ ਪਲੇਗ ਦੀ ਬਿਮਾਰੀ, ਜਿਸ ਨੇ ਪਿੰਡਾਂ ਦੇ ਪਿੰਡ ਵਿਹਲੇ ਕਰਤੇ। ਇੰਨੀ ਕਹਾਣੀ ਸਾਨੂੰ ਸੁਣਾਉਣ ਤੋਂ ਬਾਅਦ ਰੂੰਗੇ ਨੇ ਜੇਬ 'ਚੋਂ ਫਲੋਰੈਂਸ ਗਲੋਰੀਆ ਦੀ ਫੋਟੋ ਕੱਢਣੀ, ਵੇਖ ਕੇ ਫੇਰ ਜੇਬ 'ਚ ਪਾ ਲੈਣੀ। ਕੌਣ ਸੀ ਗਲੋਰੀਆ? ਰੂੰਗੇ ਦੀ ਗੁੱਡੀ। ਉਹੀ ਰੂੰਗਾ ਵਿਹੜੇ 'ਚ ਮਰਿਆ ਪਿਆ ਸੀ, ਉਹੀ ਫਲੋਰੈਂਸ ਗਲੋਰੀਆ ਦੀ ਫੋਟੋ ਸੀ, ਉਹਦੀ ਜੇਬ 'ਚ ਸੀ। ਇੱਕ ਵਾਰੀ ਰੱਬ ਉਹਨਾਂ ਦਿੰਦਾ ਨਹੀਂ ਆ ਜਿੰਨਾ ਉਹ ਖੋ ਕੇ ਲੈ ਜਾਂਦਾ, ਜਿਵੇਂ ਖੋਣਾ ਉਹ ਮਾਲਕਾਨਾ ਹੱਕ ਹੋਵੇ। ਸਾਰੀ ਉਮਰ ਰੱਬ ਰੂੰਗੇ ਤੋਂ ਕੁਝ ਨਾ ਕੁਝ ਖੋਹਦਾ ਹੀ ਰਿਹਾ। ਉਦੋਂ ਨਿੱਕੇ ਸੀ, ਪਤਾ ਨਹੀਂ ਸੀ, ਪਰ ਹੁਣ ਪਤਾ ਲੱਗਦਾ ਕਿ ਰੱਬ ਸ਼ਾਇਦ ਰੂੰਗੇ ਤੋਂ ਵੀ ਗਰੀਬ ਸੀ, ਕਿਉਂਕਿ ਜੋ ਵੀ ਚੀਜ਼ ਰੂੰਗੇ ਨੂੰ ਪਸੰਦ ਆਉਂਦੀ ਸੀ ਉਹੀ ਖੋਹ ਕੇ ਲੈ ਜਾਂਦਾ ਸੀ ਰੱਬ। ਕਦੇ ਉਹਦੀ ਮਾਂ ਖੋਹ ਕੇ ਲੈ ਗਿਆ, ਕਦੇ ਭੈਣ, ਤੇ ਕਦੇ ਫਲੋਰੈਂਸ ਗਲੋਰੀਆ ਤੋਂ ਵੱਖ ਕਰਤਾ, ਜਿਹਦੇ ਵਿੱਚ ਉਹਨੂੰ ਆਪਣੀ ਭੈਣ ਚੰਦੋ ਦਿਸਦੀ ਸੀ। ਪਰ ਰੱਬ ਖੋਹਦਾ ਨਹੀਂ ਸੀ ਥੱਕਿਆ ਤੇ ਰੂੰਗਾ ਗਵਾਉਂਦਾ ਨਹੀਂ ਸੀ ਥੱਕਿਆ। ਭਾਵੇਂ ਉਹ ਰੂੰਗੇ 'ਚ ਮਿਲਿਆ ਰੂੰਗਾ ਸੀ, ਪਰ ਉਹ ਤਾਂ ਰੱਬ ਨੂੰ ਵੀ ਰੂੰਗੇ 'ਚ ਆਪਣੇ ਦੇ ਰਿਹਾ ਸੀ। ਜਦੋਂ ਵਰਲਡ ਵਾਰ ਤੋਂ ਫੌਜ ਵਾਪਸ ਪਰਤੀ ਤਾਂ ਉਹਨਾਂ ਦੇ ਨਾਲ ਆਈ ਸੀ ਪਲੇਗ ਦੀ ਬਿਮਾਰੀ, ਜਿਹਨੂੰ ਮਾਲਵੇ 'ਚ ਕੱਤੇ ਦੀ ਬਿਮਾਰੀ ਕਹਿੰਦੇ ਆ। ਜਦ ਰੂੰਗੇ ਨੇ 4 ਸਾਲ ਬਾਅਦ ਆ ਕੇ ਘਰ ਦਾ ਬੂਹਾ ਖੋਲ੍ਹਿਆ, ਇੱਕ ਵਾਰ ਤਾਂ ਉਹਨੂੰ ਇੰਜ ਲੱਗਿਆ ਜਿਵੇਂ ਸਿਰ 'ਤੇ ਚੁੰਨੀ ਲਈ ਉਹਦੇ ਲੜਾਂ ਨੂੰ ਕੰਨਾਂ ਉੱਤੋਂ ਦੀ ਕਰੀ ਕੱਚੀ ਕੰਧੌਲੀ ਦੇ ਮਗਰ ਬੈਠੀ ਮਾਂ ਰੋਟੀ ਪਕਾ ਰਹੀ ਹੋਵੇ, ਤੇ ਪੁੱਠੇ ਹੱਥ ਨਾਲ ਵਾਲ ਪਿੱਛੇ ਕਰਦਿਆਂ ਕੁਝ ਸੁੱਕਾ ਆਟਾ ਉਹਦੇ ਪੁੜਪੜੀਆਂ ਕੋਲ ਚਮਕਦੇ ਵਾਲਾਂ ਨੂੰ ਲੱਗ ਗਿਆ ਹੋਵੇ, ਤੇ ਉਹ ਕੰਧੌਲੀ ਦੀਆਂ ਮੋਰੀਆਂ ਵਿੱਚ ਦੀ ਵਿਹੜੇ 'ਚ ਖੇਡ ਰਹੀ ਚੰਦੋ ਨੂੰ ਵੇਖ ਰਹੀ ਹੋਵੇ। ਉਹ ਬਾਹਰ 'ਚ ਖੜਾ ਹੀ ਬੋਲਿਆ, ਦੇਖ ਬੀਬੀ, ਤੇਰਾ ਪੁੱਤ ਜੱਚਦਾ ਨਾ ਫੌਜੀ ਵਰਦੀ 'ਚ। ਉਹਨੂੰ ਲੱਗਿਆ ਜਿਵੇਂ ਵਿਹੜੇ 'ਚ ਖੇਡਦੀ ਚੰਦੋ ਭੱਜ ਕੇ ਆ ਕੇ ਉਹਦੀਆਂ ਲੱਤਾਂ ਨੂੰ ਚਿੰਬੜ ਗਈ ਹੋਵੇ, ਉਹ ਤੋਂ ਪੈਰ ਨਾ ਪੱਟੇ ਜਾ ਰਹੇ ਹੋਣ। ਮਾਂ ਮੋਢੇ 'ਤੇ ਹੱਥ ਰੱਖਦੀ ਬੋਲ ਰਹੀ ਸੀ, ਵੇ ਰੂੰਗੇ ਤੂੰ, ਵੇ ਮੈਂ ਤਾਂ ਤੈਨੂੰ ਪਛਾਣਿਆ ਹੀ ਨਹੀਂ। ਮੈਂ ਕਵਾਂ ਮਣਾ ਕੌਣ ਹੋਇਆ ਭਲਾ ਇਹ ਰੰਗਰੂਟ? ਵੇ ਰੂੰਗੇ ਕਿੱਥੇ ਗਵਾਚ ਗਿਆ? ਪਰ ਇਹ ਮੋਢਾ ਫੜ ਕੇ ਹਿਲਾਉਣ ਵਾਲੀ ਉਹਦੀ ਮਾਂ ਨਹੀਂ ਸੀ, ਇਹ ਤਾਂ ਗਵਾਂਢੀਆਂ ਦੀ ਬਚਨੋਂ ਸੀ, ਉਹਦੀ ਮਾਂ ਮੇਰਾਂ ਦੀ ਸਹੇਲੀ। ਮੱਥਾ ਟੇਕਦਾ ਭੈਣੇ, ਰੂੰਗਾ ਬਚਨੋਂ ਦੀ ਗੋਡਿਆਂ ਨੂੰ ਹੱਥ ਲਾਉਂਦਾ ਬੋਲਿਆ, ਵੇ ਜਿਉਂਦਾ ਵਸਦਾ ਰਹਿ, ਜਿਉਣ ਜੋਗਿਆ, ਜਵਾਨੀਆਂ ਮਾਣੇ, ਰੱਬ ਤੇਰੇ 'ਤੇ ਮੇਰਾ ਕਰੇ। ਬਚਨੋਂ ਦੇ ਮੂੰਹੋਂ ਨਿਕਲਿਆ ਮੇਰਾ ਸ਼ਬਦ ਰੂੰਗੇ ਦੇ ਸੀਨੇ ਆਰੀ ਫੇਰ ਗਿਆ। ਉਹਨੇ ਵਿਹੜੇ 'ਚ ਫਿਰ ਨਿਗਾਹ ਮਾਰੀ। ਉਜੜਿਆ ਘਰ ਉਹਦੇ ਸਾਹਮਣੇ ਖੜਾ ਸੀ, ਜਿਸ ਚੌਂਤਰੇ ਦੀ ਕੱਚੀ ਕੰਧੌਲੀ ਪਿੱਛੇ ਬੈਠ ਮੇਰਾ ਰੋਟੀ ਬਣਾਉਂਦੀ ਹੁੰਦੀ ਸੀ। ਉਹ ਮੀਂਹਾਂ 'ਚ ਢਹਿ ਚੁੱਕੀ ਸੀ। ਪਤਾ ਨਹੀਂ ਇੰਨੇ 4 ਸਾਲਾਂ 'ਚ ਕਿੰਨੇ ਕੁ ਮੇਰਾਂ ਵਾਲੇ ਮੀਂਹ ਪੈਂਦੇ ਰਹੇ ਹੋਣਗੇ। ਫਿਰ ਵਿਹੜੇ 'ਚ ਖੇਡਦੀ ਫਿਰਦੀ ਚੰਦੋ ਇੱਕਦਮ ਵਿਹੜੇ ਵਿਚਲੀ ਟਾਹਲੀ ਬਣ ਗਈ। ਬਚਨੋਂ ਵੀ ਬਾਅਦ 'ਚ ਆਉਣੀ ਆ ਕਹਿ ਕੇ ਘਰ ਚਲੀ ਗਈ। ਰੂੰਗੇ ਨੇ ਲੋਹੇ ਦਾ ਟਰੰਕ ਰੱਖ ਭੱਜ ਕੇ ਜਾ ਕੇ ਟਾਹਲੀ ਨੂੰ ਜੱਫੀ ਪਾ ਲਈ। ਪਤਾ ਨਹੀਂ ਕਿੰਨਾ ਰੋਇਆ ਹੋਵੇਗਾ ਉਹ। ਸ਼ਾਇਦ ਮੇਰੀ ਕਲਮ ਉਹ ਸੀਨ ਨੂੰ ਬਿਆਨ ਨਹੀਂ ਕਰ ਸਕਦੀ। ਇਹ ਉਹੀ ਟਾਹਲੀ ਸੀ ਜਿਸ ਜਗ੍ਹਾ ਚੰਦੋ ਨੂੰ ਦੱਬਿਆ ਸੀ। ਇਹ ਉਸੇ ਜਗ੍ਹਾ ਉੱਗੀ ਸੀ
ਤੇ ਰੂੰਗਾ ਉਹਨੂੰ ਖੁੰਘ ਕੇ ਘਰ ਲੈ ਆਇਆ ਸੀ ਤੇ ਵਿਹੜੇ 'ਚ ਲਾ ਦਿੱਤੀ ਸੀ। ਰੂੰਗਾ ਉਸੇ ਟਾਹਲੀ ਨੂੰ ਜੱਫੀ ਪਾ ਕੇ ਰੋ ਰਿਹਾ ਸੀ। ਜੱਫੀ ਪਾ ਕੇ ਟਾਹਲੀ ਨੂੰ ਰੂੰਗਾ ਰੋ ਪਿਆ, ਉੱਚੀ ਉੱਚੀ ਭੁੰਬਾ ਮਾਰਦਾ, ਆ ਜਾ ਇੱਕ ਵਾਰੀ ਮੁੜ ਜੀਣ ਜੋਗੀਏ, ਵੀਰ ਤੇਰਾ ਵਾਜਾ ਮਾਰਦਾ। ਫਿਰ ਉਹ ਜੇਬ 'ਚੋਂ ਫਲੋਰੈਂਸ ਗਲੋਰੀਆ ਦੀ ਫੋਟੋ ਕੱਢ ਟਾਹਲੀ ਨੂੰ ਵਿਖਾਉਣ ਲੱਗਿਆ। ਦੇਖ ਚੰਦੋ, ਤੂੰ ਮੈਨੂੰ ਫਿਰ ਮਿਲੀ ਸੀ, ਪਰ ਬਚਪਨ 'ਚ ਤੇਰੀਆਂ ਤੋਤਲੀਆਂ ਗੱਲਾਂ ਸਮਝਣ ਵਾਲਾ ਵੀਰ ਹੁਣ ਤੇਰੀ ਬੋਲੀ ਨਹੀਂ ਸਮਝ ਸਕਿਆ। ਇੰਨਾ ਨਾਰਾਜ਼ ਹੋ ਗਈ ਤੂੰ ਆਪਣੇ ਵੀਰੇ ਨਾਲ ਕਿ ਤੂੰ ਬੋਲਦੀ ਤਾਂ ਰਹੀ, ਪਰ ਮੈਨੂੰ ਸਮਝ ਨਹੀਂ ਲੱਗੀ ਕੁਝ। ਟਾਹਲੀ ਨਾਲ ਗੱਲਾਂ ਕਰਦੇ ਨੂੰ ਤਾਂ ਉਹਨੂੰ ਅਸੀਂ ਵੀ ਵੇਖਦੇ ਰਹੇ ਹਾਂ। ਨਿੱਕੇ ਸੀ ਉਦੋਂ ਅਸੀਂ ਉਹਨੂੰ ਪਾਗਲ ਹੀ ਸਮਝਦੇ ਸੀ ਕਿ ਪਾਗਲਾਂ ਵਾਂਗੂ ਟਾਹਲੀ ਨਾਲ ਗੱਲਾਂ ਕਰਦਾ ਰਹਿੰਦਾ ਸਾਰਾ ਦਿਨ। ਪਰ ਅਸਲ 'ਚ ਇਹ ਇੱਕ ਟਾਹਲੀ ਨਹੀਂ ਸੀ, ਇਹ ਤਾਂ ਉਹਦੀ ਭੈਣ ਚੰਦੋ ਸੀ, ਜਿਸ ਦੀ ਛਾਂ ਥੱਲੇ ਗੋਲੀਆਂ ਖੇਡ ਕੇ ਮੇਰਾ ਬਚਪਨ ਬੀਤਿਆ ਸੀ। ਉਹ ਪਤਾ ਨਹੀਂ ਕਿੰਨਾ ਚਿਰ ਹੋਰ ਟਾਹਲੀ ਦੇ ਗਲ ਲੱਗ ਰੋਂਦਾ ਰਹਿੰਦਾ, ਅਗਰ ਬਚਨੋਂ ਘਰੋਂ ਕਾੜਨੀ ਦਾ ਦੁੱਧ ਲਿਆ ਕੇ ਸੋਚਾਂ ਦੀ ਲੜੀ ਨੂੰ ਨਾ ਤੋੜਦੀ। ਦੇਖ ਰੂੰਗੇ, ਮਰਿਆ ਨਾਲ ਮਰਿਆ ਨਹੀਂ ਜਾਂਦਾ, ਤੇਰੇ ਅੱਗੇ ਜ਼ਿੰਦਗੀ ਪਈ ਆ। ਕਮਲਿਆ, ਜੇ ਇੰਝ ਹੀ ਯਾਦਾਂ 'ਚ ਗਵਾਚਿਆ ਰਿਹਾ ਤਾਂ ਇੱਕ ਦਿਨ ਇਸ ਘਰ ਦੀ ਇਹ ਖਾਮੋਸ਼ੀ ਤੈਨੂੰ ਖਾਮੋਸ਼ ਕਰ ਦਊ। ਕਿਸੇ ਤੇਰਾ ਨਾਂ ਤੱਕ ਨਹੀਂ ਲੈਣਾ, ਕਿਉਂਕਿ ਮੇਰਾ ਤੋਂ ਬਾਅਦ ਸਿਰਫ ਇੱਕ ਬਚਨੋਂ ਹੀ ਸੀ ਜੋ ਉਸਦਾ ਇੰਨਾ ਮੋਹ ਕਰਦੀ ਸੀ। ਮੀਰਾਂ ਦੀ ਸਹੇਲੀ ਸੀ ਰੂੰਗੇ ਦੀ, ਉਂਝ ਭਾਵੇਂ ਗਵਾਂਢ 'ਚ ਉਹ ਭੈਣ ਸੀ ਲੱਗਦੀ, ਪਰ ਉਹ ਆਪਣੀ ਮਾਂ ਵਰਗੀ ਸੀ। ਤੂੰ ਆਪਣੀ ਬਾਕੀ ਰਹਿੰਦੀ ਜ਼ਿੰਦਗੀ ਬਾਰੇ ਸੋਚ। ਸੱਚ ਇੱਕ ਕੁੜੀ ਆ ਮੇਰੀ ਨਨਾਣ ਦੀ ਪੋਤੀ, ਜੇ ਕਵੇਂ ਤਾਂ ਤੋਰਾਂ ਗੱਲ। ਫਿਰ ਰੂੰਗੇ ਦੀ ਚੁੱਪ ਨੂੰ ਦੇਖ ਕੇ ਆਪ ਹੀ ਬੋਲੀ, ਕੋਈ ਨਾ, ਸੋਚ ਕੇ ਦੱਸ ਦੇਵੇਂ, ਹਲੇ ਹਫ਼ਤਾ ਡੰਗ ਮੈਂ ਇੱਥੇ ਹੀ ਹਾਂ। ਪਰ ਭੈਣੇ, ਬਾਪੂ ਕਿੱਥੇ ਆ? ਅੱਜ ਪਹਿਲੀ ਵਾਰ ਉਹਦੇ ਮੂੰਹੋਂ ਮੈਂਗਲ ਲਈ ਬਾਪੂ ਸ਼ਬਦ ਨਿਕਲਿਆ ਸੀ। ਰੂੰਗੇ, ਤੂੰ ਦੁੱਧ ਪੀ ਪਹਿਲਾਂ, ਫਿਰ ਦੱਸਦੀ ਆਂ। ਪਰ ਭੈਣੇ, ਬਾਪੂ ਕਿੱਥੇ ਆ? ਰੂੰਗੇ ਨੇ ਦੁੱਧ ਦੀ ਆਖਰੀ ਘੁੱਟ ਭਰਦਿਆਂ ਫਿਰ ਸਵਾਲ ਕੀਤਾ। ਰੂੰਗੇ, ਚਾਚਾ ਬਿਲਕੁਲ ਠੀਕ ਆ, ਉਹ ਭੂਆ ਤਾਰੋ ਕੋਲ ਰਹਿੰਦਾ ਬੀਕਾਨੇਰ। ਬਚਨੋਂ ਦੇ ਮੂੰਹੋਂ ਇੰਨੀ ਗੱਲ ਸੁਣ ਕੇ ਰੂੰਗੇ ਨੂੰ ਥੋੜ੍ਹਾ ਸੁੱਖ ਦਾ ਸਾਹ ਆਇਆ। ਬਚਨੋਂ ਨੇ ਆ ਕੇ ਰੂੰਗੇ ਦੇ ਵਿਆਹ ਦੀ ਗੱਲ ਆਪਣੀ ਨਨਾਣ ਦੀ ਪੋਤੀ ਮਿੰਦੋ ਨਾਲ ਤੋਰ ਹੀ ਦਿੱਤੀ ਤੇ ਰੂੰਗਾ ਵੀ ਜਿਵੇਂ ਕੁਝ ਕੁ ਸੰਭਲ ਗਿਆ ਹੋਵੇ, ਇਹਨਾਂ ਯਾਦਾਂ ਤੋਂ ਕੁਝ ਕੁ ਰਾਹਤ ਮਿਲ ਗਈ ਹੋਵੇ। ਚੰਗਾ ਜਿਹਾ ਦਿਨ ਦੇਖ ਕੇ ਰੂੰਗੇ ਦਾ ਰੋਕਾ ਕਰ ਦਿੱਤਾ ਗਿਆ ਤੇ ਅੱਸੂ ਦੇ ਨਰਾਤਿਆਂ ਦਾ ਵਿਆਹ ਰੱਖ ਦਿੱਤਾ ਗਿਆ। ਜ਼ਿੰਦਗੀ ਦੇ ਪਹੀਏ ਫਿਰ ਤੋਂ ਘੁੰਮਣਾ ਸ਼ੁਰੂ ਕਰ ਦਿੱਤਾ। ਪਰ ਕਹਿੰਦੇ ਆ ਕਿ ਹੋਣੀ ਬੜੀ ਬਲਵਾਨ ਹੁੰਦੀ ਆ, ਜਿਹਦੇ ਉੱਤੇ ਬੀਤ ਜਾਵੇ ਪੱਲੇ ਕੱਖ ਨਹੀਂ ਛੱਡਦੀ। ਤਾਂ ਹੀ ਕਿਸੇ ਸ਼ਾਇਰ ਨੇ ਲਿਖਿਆ, ਖੋ ਕੇ ਤੂੰ ਮਾਸੂਮਾਂ ਕੋਲੋਂ ਰੋਟੀਆਂ, ਚੁੰਝਾਂ ਵਿੱਚ ਦਿਵਾਂਦੀ ਤੂੰ ਕਾਮਾਂ ਦੇ। ਵੇਖੀਆਂ ਮੈਂ ਜਾਂਦੀਆਂ ਨੀ ਪੁੱਤੀਆਂ, ਸੱਤ ਸੱਤ ਪੁੱਤ ਜਿਨ੍ਹਾਂ ਮਾਵਾਂ ਦੇ। ਪਏ ਕੌਡੀਆਂ ਵਜ਼ਾਰਾਂ ਵਿੱਚੋਂ ਮੰਗਦੇ, ਕੱਲ੍ਹ ਸੀ ਜਿਨ੍ਹਾਂ ਦੇ ਪੱਲੇ ਲੱਖ ਨੀ, ਜਿਹਦੇ ਉੱਤੇ ਬੀਤ ਜਾਵੇ ਹੋਣੀਏ ਨੀ ਤੂੰ ਪੱਲੇ ਵਿੱਚ ਛੱਡਦੀ ਨਾ ਕੱਖ ਨੀ। ਨਾਲੇ ਖੁਸ਼ੀਆਂ ਨਾਲ ਤਾਂ ਰੂੰਗੇ ਦਾ ਮੁੱਢ ਤੋਂ ਹੀ ਵੈਰ ਰਿਹਾ ਸੀ। ਬਚਨੋਂ ਖਬਰ ਲੈ ਕੇ ਆਈ ਕਿ ਕੱਤੇ ਦੀ ਬਿਮਾਰੀ ਕਰਕੇ ਮਿੰਦੋ ਚੱਲ ਵਸੀ। ਇਸ ਖਬਰ ਨੇ ਜਿਵੇਂ ਰੂੰਗੇ ਦੇ ਘਰ ਦਾ ਸਾਰਾ ਕੁਝ ਹੀ ਖੋਹ ਲਿਆ ਹੋਵੇ। ਉਸ ਤੋਂ ਬਾਅਦ ਨਾ ਤਾਂ ਉਹਨੇ ਕਦੇ ਵਿਆਹ ਕਰਾਇਆ ਤੇ ਨਾ ਹੀ ਕਿਸੇ ਨੇ ਕੋਈ ਰਿਸ਼ਤਾ ਕਰਾਉਣ ਦੀ ਸੋਚੀ, ਕਿਉਂਕਿ ਲੋਕਾਂ ਨੂੰ ਲੱਗਦਾ ਸੀ ਰੂੰਗਾ ਹੈ ਹੀ ਕੜੰਮਾ ਜੋ ਇੱਕ ਇੱਕ ਕਰਕੇ ਸਾਰੇ ਜੀ ਖਾ ਗਿਆ। ਪਰ ਕਮਲਿਓ, ਉਹ ਕਿਹਦਾ ਜੀ ਕਰਦਾ ਆਪਣੇ ਜੀ ਨੂੰ ਖਾਣ ਨੂੰ। ਇੱਦਾਂ ਹੀ ਵਕਤ ਬੀਤਦਾ ਗਿਆ ਤੇ ਉਮਰ ਭੋ ਕੇ ਮੈਂਗਲ ਵੀ ਤੁਰ ਗਿਆ ਤੇ ਭੂਆ ਤਾਰੋ ਵੀ ਉਹਦੇ ਕੋਲ ਕੋਈ ਔਲਾਦ ਹੈ ਹੀ ਨਹੀਂ ਸੀ। ਇੰਝ ਹੀ ਹੌਲੀ ਹੌਲੀ ਕਰਕੇ ਸਾਡੇ ਵੇਖਣ ਤੱਕ ਪਹੁੰਚ ਗਿਆ ਰੂੰਗਾ। ਸਾਡਾ ਘਰ ਉਦੋਂ ਤਕਰੀਬਨ ਪਿੰਡ ਦੀ ਫਿਰਨੀ ਤੇ ਪੈਂਦਾ ਸੀ। 22-23 ਸਾਲ ਪਹਿਲਾਂ ਦੀ ਗੱਲ ਕਰ ਰਿਹਾ ਮੈਂ, ਉਦੋਂ 10-12 ਸਾਲ ਦਾ ਸੀ। ਹੁਣ ਤਾਂ ਆਬਾਦੀ ਵਧਣ ਨਾਲ ਭਾਵੇਂ ਘਰ ਕਾਫੀ ਅੰਦਰ ਹੋ ਗਿਆ। ਉਦੋਂ ਸਾਡੇ ਘਰ ਤੋਂ ਅੱਗੇ ਨਿਆਈਆਂ ਸ਼ੁਰੂ ਹੋ ਜਾਂਦੀਆਂ ਸੀ। ਉੱਥੇ ਅੱਗੇ ਕੱਸੀ ਤੇ ਇੱਕ ਬੋਹੜ ਹੁੰਦਾ ਸੀ। ਬੋਹੜ ਥੱਲੇ ਬੈਠ ਕੇ ਟਿਕੀ ਰਾਤ 'ਚ ਉਹ ਹੀਰ ਪੜ੍ਹਦਾ ਹੁੰਦਾ ਸੀ। ਉਹਦੇ ਬੋਲ ਕਦੇ ਕਦੇ ਅੱਜ ਵੀ ਮੇਰੇ ਕੰਨਾਂ 'ਚ ਗੂੰਜਦੇ ਆ। ਡੋਲੀ ਚੜ੍ਹਦਿਆਂ ਮਾਰੀਆ ਹੀਰ ਚੀਕਾਂ ਮੈਨੂੰ, ਲੈ ਚਲੇ ਬਾਵਲਾ ਲੈ ਚਲੇ ਵੇ, ਮੈਨੂੰ ਰੱਖ ਲੈ ਬਾਵਲਾ ਹੀਰ ਆਖੇ, ਡੋਲੀ ਘੱਤ ਕਹਾਰ ਨੀ ਲੈ ਚਲੇ ਵੇ। ਪਤਾ ਨਹੀਂ ਹੀਰ ਉਹ ਮੇਰਾ ਨੂੰ ਯਾਦ ਕਰ ਗਾਉਂਦਾ ਸੀ ਜਾਂ ਚੰਦੋ ਜਾਂ ਫਲੋਰੈਂਸ ਗਲੋਰੀਆ ਜਾਂ ਫਿਰ ਮਿੰਦੋ ਨੂੰ, ਪਰ ਜੋ ਵੀ ਸੀ ਉਸਦੀ ਆਵਾਜ਼ 'ਚ ਦਰਦ ਬਹੁਤ ਹੁੰਦਾ ਸੀ। ਪਰ ਸਾਨੂੰ ਉਹ ਪਾਗਲ ਹੀ ਲੱਗਦਾ ਰਿਹਾ ਸਦਾ। ਟਾਹਲੀ ਨਾਲ ਗੱਲਾਂ ਕਰਨ ਵਾਲਾ ਜੋ ਸਾਡੇ ਲਈ ਪਾਗਲ ਸੀ, ਅੱਜ ਉਸੇ ਟਾਹਲੀ ਥੱਲੇ ਮਰਿਆ ਪਿਆ ਸੀ। ਮੈਂ ਸਕੂਲੋਂ ਆਉਂਦਾ ਹੋਇਆ ਪਨਾਹਗੀਰਾਂ ਵਾਲੀ ਗਲੀ 'ਚ ਰੁਕ ਕੇ ਇਹ ਵੇਖ ਰਿਹਾ ਸੀ। ਸ਼ਾਮ ਤੱਕ ਸਾਰੇ ਪ੍ਰਬੰਧ ਪਿੰਡ ਵੱਲੋਂ ਕਰਕੇ ਉਸ ਮੁੱਲ ਦੀ ਤੀਮੀ ਨਾਲ ਰੂੰਗੇ 'ਚ ਮਿਲੇ ਜਾਂ ਇੰਝ ਕਹਿ ਲਵੋ ਚੰਦੋ ਤੇ ਗਲੋਰੀਆ ਦੇ ਵੀਰ ਜਾਂ ਅਣਵਿਆਹੀ ਮਿੰਦੋ ਦੇ ਘਰ ਵਾਲੀ ਉਸ ਇਨਸਾਨ ਨੂੰ ਅੱਗ ਲਾ ਦਿੱਤੀ ਗਈ
ਤੇ ਮੱਚਦੇ ਹਿੱਸੇ ਵਿੱਚ ਉਹਦੀ ਛਾਤੀ ਤੇ ਰੱਖ ਦਿੱਤੀ ਗਈ ਸੀ ਉਹ ਬਲੈਕ ਐਂਡ ਵਾਈਟ ਜਿਹੀ ਗੋਰੀ ਕੁੜੀ ਦੀ ਫੋਟੋ ਜੋ ਰੂੰਗਾ ਸਾਰੀ ਉਮਰ ਸੰਭਾਲ ਕੇ ਰੱਖਦਾ ਰਿਹਾ ਸੀ। ਤੇ ਅੱਜ ਉਹ ਵੀ ਰੂੰਗੇ ਦੇ ਨਾਲ ਹੀ ਸੜ ਕੇ ਸਵਾਹ ਹੋ ਗਈ। ਪਰ ਉਹਦੇ ਮਰਨ ਤੇ ਸਾਰਾ ਪਿੰਡ ਉਵੇਂ ਨਹੀਂ ਸੀ ਰੋਇਆ ਜਿਵੇਂ ਉਸ ਦੇ ਮਰਨ ਤੋਂ 72 ਸਾਲ ਪਹਿਲਾਂ ਉਹਦੀ ਮਾਂ ਮੀਰਾਂ ਦੇ ਸਿਵੇ ਤੇ ਰੋਇਆ ਸੀ। ਅੱਜ ਪਿੰਡ ਵਿੱਚ ਇਹ ਨਹੀਂ ਸੀ ਕਿ ਸਾਰੇ ਪਿੰਡ ਦੇ ਚੁੱਲ੍ਹੇ ਨਾ ਬਲੇ ਹੋਣ, ਸਭ ਘਰਾਂ 'ਚ ਚੁੱਲ੍ਹੇ ਵੀ ਬਲੇ ਸਨ। ਸ਼ਾਇਦ ਜ਼ਮਾਨਾ ਬਦਲ ਗਿਆ ਸੀ। ਮਕਾਨ ਤਾਂ ਰੂੰਗੇ ਦੀ ਆਉਣੀ ਹੀ ਨਹੀਂ ਸੀ, ਉਹਦਾ ਦੁਨੀਆ ਤੇ ਹੈ ਹੀ ਨਹੀਂ ਸੀ ਕੋਈ, ਬਸ 2 ਬੱਕਰੀਆਂ ਤੇ ਮੇਮਣਿਆਂ ਤੋਂ ਬਿਨਾਂ। ਉਹਨਾਂ ਨੂੰ ਵੇਚ ਕੇ ਹੀ ਰੂੰਗੇ ਦਾ ਭੋਗ ਪਾ ਦਿੱਤਾ ਗਿਆ। ਹੌਲੀ ਹੌਲੀ ਰੂੰਗੇ ਦੇ ਘਰ ਦੀਆਂ ਇੱਟਾਂ ਵੀ ਖੁਰ ਗਈਆਂ ਤੇ ਚੰਦੋ ਦੀ ਮਟੀ ਵੀ ਗਵਾਚ ਗਈ ਜੋ ਰੂੰਗੇ ਦੇ ਜਿਉਂਦਿਆਂ ਤੱਕ ਰਹੀ ਸੀ। ਬਸ ਹੁਣ ਉਹ ਟਾਹਲੀ ਜ਼ਰੂਰ ਖੜੀ ਆ ਉਸ ਦੇ ਵਿਹੜੇ 'ਚ, ਜਿਸ ਦੀ ਛਾਂ ਹੇਠ ਲੋਕ ਤਾਸ਼ ਖੇਡਦੇ ਰਹਿੰਦੇ ਆ। ਉਹ ਸਭ ਲਈ ਰੂੰਗਾ ਹੀ ਰਿਹਾ, ਪਰ ਅੱਜ ਉਹਨੂੰ ਬਾਬਾ ਕਹਿਣ ਨੂੰ ਦਿਲ ਕਰ ਰਿਹਾ। ਦੋਸਤੋ, ਇਹ ਸੀ ਰੂੰਗੇ ਦੀ ਕਹਾਣੀ ਜੋ ਮੈਂ ਆਪਣੇ ਦਾਦੇ ਤੇ ਪਿੰਡ ਦੇ ਲੋਕਾਂ ਤੇ ਖੁਦ ਰੂੰਗੇ ਤੋਂ ਸੁਣੀ ਸੀ। ਅੱਜ ਉਹਨੂੰ ਦੁਨੀਆ ਤੋਂ ਗਏ ਨੂੰ 22 ਸਾਲ ਹੋ ਚੱਲੇ ਆ। ਤੁਹਾਨੂੰ ਵੀ ਅਗਰ ਉਸ ਦੇ ਨਾਂ ਨਾਲ ਕੋਈ ਸਰਨੇਮ ਲਾਉਣ ਨੂੰ ਜੀਅ ਕਰਦਾ ਤਾਂ ਕਮੈਂਟਸ 'ਚ ਲਾ ਦਿਓ, ਸ਼ਾਇਦ ਉਸ ਲਈ ਸਾਡੇ ਵੱਲੋਂ ਇੱਕ ਸ਼ਰਧਾਂਜਲੀ ਹੋਵੇ। ਤੇ ਜੇਕਰ ਉਹ ਉਸ ਦੀ ਭੈਣ ਚੰਦੋ ਵਾਲੀ ਟਾਹਲੀ ਦੇਖਣ ਦੀ ਚਾਹਤ ਹੋਵੇ ਤਾਂ ਕਮੈਂਟਸ ਵਿੱਚ ਲਿਖ ਦਿਓ। ਧੰਨਵਾਦ ਜੀ। ਜੇਕਰ ਕਹਾਣੀ ਵਧੀਆ ਲੱਗੀ ਪਲੀਜ਼ ਲਾਈਕ ਕਰਨਾ ਤੇ ਕਮੈਂਟ ਕਰਕੇ ਜ਼ਰੂਰ ਦੱਸਿਓ ਕਿ ਤੁਹਾਨੂੰ ਕਹਾਣੀ ਕਿੱਦਾਂ ਦੀ ਲੱਗੀ।